हाँ जी स्टूडेंट्स, ਅੱਜ ਨੈਕਸਟ ਟੌਪਿਕ ਆਪਾਂ ਡਿਸਕਸ ਕਰਾਂਗੇ ਪ੍ਰੋਪਰਟੀਜ਼ ਆਫ ਐਲੀਮੈਂਟਸ ਆਫ ਪੀਰੀਓਡਿਕ ਟੇਬਲ ਕਿ ਪੀਰੀਓਡਿਕ ਟੇਬਲ ਦੇ ਜਿਹੜੇ ਐਲੀਮੈਂਟਸ ਨੇ ਮਾਡਰਨ ਪੀਰੀਓਡਿਕ ਟੇਬਲ ਦੇ ਉਹਨਾਂ ਦੀਆਂ ਕੀ ਪ੍ਰੋਪਰਟੀਜ਼ ਜੋ ਹੈ ਉਹ ਆਪਾਂ ਡਿਸਕਸ ਕਰ ਸਕਦੇ ਹਾਂ ਪੀਰੀਓਡਿਕ ਟੇਬਲ ਤੋਂ। ਤੇ ਉਹਨਾਂ ਪ੍ਰੋਪਰਟੀਜ਼ ਦੀ ਵੇਰੀਏਸ਼ਨ ਵੀ ਦੇਖਣੀ ਆਪਾਂ ਕਿ ਲੈਫਟ ਟੂ ਰਾਈਟ ਜਦੋਂ ਪੀਰੀਓਡਿਕ ਟੇਬਲ ਦੇ ਵਿੱਚ ਆਪਾਂ ਜਾਂਦੇ ਹਾਂ ਅਲੋਂਗ ਦਾ ਪੀਰੀਅਡ ਤਾਂ ਪ੍ਰੋਪਰਟੀਜ਼ ਦੇ ਵਿੱਚ ਕੀ ਚੇਂਜ ਆਉਂਦੀ ਹੈ, ਜਾਂ ਫਿਰ ਜਦੋਂ ਡਾਊਨ ਦਾ ਗਰੁੱਪ ਅਪਵਰਡ ਟੂ ਡਾਊਨਵਰਡ ਜਦੋਂ ਆਪਾਂ ਜਾਂਦੇ ਹਾਂ ਡਾਊਨ ਦਾ ਗਰੁੱਪ ਤਾਂ ਪੀਰੀਓਡਿਕ ਟੇਬਲ ਦੀਆਂ ਪ੍ਰੋਪਰਟੀਜ਼ ਦੇ ਵਿੱਚ ਕੀ ਚੇਂਜ ਆਉਂਦੀ ਹੈ। ਤੇ ਜਦੋਂ ਤੁਸੀਂ ਇਹ ਪ੍ਰੋਪਰਟੀਜ਼ ਇੱਥੇ ਮੈਂ ਤੁਹਾਨੂੰ ਦੱਸ ਰਿਹਾ, ਜਦੋਂ ਤੁਸੀਂ ਇਹ ਵੀਡੀਓ ਦੇਖਣੀ ਹੈ ਤਾਂ ਨਾਲ ਤੁਸੀਂ ਪੀਰੀਓਡਿਕ ਟੇਬਲ ਵੀ ਸਾਹਮਣੇ ਰੱਖ ਲੈਣਾ, ਫਿਰ ਤੁਹਾਨੂੰ ਜੋ ਹੈ ਉਹ ਬੜੀ ਆਸਾਨੀ ਦੇ ਨਾਲ ਇਹ ਚੀਜ਼ਾਂ ਜੋ ਸਮਝ ਆ ਜਾਣਗੀਆਂ। ਇੱਥੇ ਤੁਹਾਨੂੰ ਮੈਂ ਦੱਸ ਵੀ ਦਊਂਗਾ ਕਿ ਪ੍ਰੋਪਰਟੀਜ਼ ਹੈ ਕਿਹੜੀਆਂ ਨੇ, ਕਿਵੇਂ ਚੇਂਜ ਹੁੰਦੀਆਂ ਨੇ, ਇਹ ਸਾਰਾ ਕੁਝ ਤੁਹਾਨੂੰ ਕ੍ਰਾਈਟੇਰੀਆ ਦੇ ਵਿੱਚ ਦੱਸਿਆ ਜਾਊਗਾ। ਸੋ ਸਭ ਤੋਂ ਪਹਿਲੀ ਪ੍ਰੋਪਰਟੀ ਆਪਾਂ ਡਿਸਕਸ ਕਰਾਂਗੇ ਐਟੋਮਿਕ ਰੇਡੀਅਸ, ਐਟਮ ਦਾ ਰੇਡੀਅਸ। डिफरेंट जोड़े एटम्स ने साढ़े कोल हाइड्रोजन, हीलियम, लीथियम, बैरीलियम, बोरोन जिन्ने भी है पीरियोडिक टेबल के उन्होंने सारिਆਂ ਦਾ रेडियस जो है वो किनू कहने हैं तो ये किमें देखा जा सकता है रेडियस ਜਾਂ ਇਹਦੀ वेरीएशन कि अलोंग द पीरीयड जाने हैं तो एटॉमिक रेडियस किसी एलीमेंट का ਵੱਧਦਾ है ਜਾਂ घटता है, ਜਾਂ डाउन द ग्रुप जाने हैं तो एटॉमिक रेडियस किसी एलीमेंट का ਵੱਧਦਾ है ਜਾਂ घटता है। ये भी आप इत्थे डिस्कस करांगे, बहुत इंपॉर्टेंट टॉपिक है तुहाडा ये। ਇਹ ਪ੍ਰੋਪਰਟੀਜ਼ ਲਗਭਗ ਤੁਹਾਨੂੰ ਹਰ ਇੱਕ ਥਾਂ ਦੇ ਉੱਤੇ ਕੰਮ ਆਉਣਗੀਆਂ ਤੁਹਾਡੇ ਅੱਗੇ ਜਾ ਕੇ। ਕਾਫੀ ਸਾਰੇ ਕੁਐਸਚਨ ਤੁਸੀਂ ਕਰਨੇ ਆ, +1 ਚ ਵੀ ਹੈ ਅੱਗੇ ਹੋਰ ਟੌਪਿਕ, ਜਾਂ +2 ਚ ਜਾ ਕੇ ਵੀ ਤੁਸੀਂ ਪੀਰੀਓਡਿਕ ਟੇਬਲ ਦੇ ਐਲੀਮੈਂਟਸ ਦੀਆਂ ਪ੍ਰੋਪਰਟੀਜ਼ ਡਿਸਕਸ ਕਰਨੀਆਂ ਤਾਂ ਉੱਥੇ ਜਾ ਕੇ ਇਹਨਾਂ ਦੇ ਬੇਸਡ ਕੁਐਸਚਨ ਵੀ ਤੁਹਾਨੂੰ ਆਉਂਦੇ ਆ ਪੇਪਰਾਂ ਦੇ ਵਿੱਚ ਫਾਈਨਲ ਦੇ ਵਿੱਚ, ਜੋ ਕਿ ਤੁਸੀਂ ਡਿਸਕਸ ਕਰੋਗੇ। ਸੋ ਐਟੋਮਿਕ ਰੇਡੀਅਸ ਦੀ ਪਹਿਲਾਂ ਡੈਫੀਨੇਸ਼ਨ ਦੇਖੀਏ, ਦ ਡਿਸਟੈਂਸ ਫਰੋਮ ਦਾ ਸੈਂਟਰ ਆਫ ਦ ਨਿਊਕਲੀਅਸ to the outermost shell of an atom is called an atomic radius। ਸੋ ਪਹਿਲਾਂ ਇਹਦੀ ਡਾਇਗਰਾਮ ਇੱਕ ਬਣਾ ਕੇ ਤੁਹਾਨੂੰ ਦੱਸਦਾ। ਜਿਵੇਂ ਤੁਸੀਂ ਐਟਮ ਦੀ ਸਟਰਕਚਰ ਦੇਖਿਆ ਕਿ ਐਟਮ ਜੋ ਹੈ ਉਹਦੇ ਸੈਂਟਰ ਦੇ ਵਿੱਚ ਨਿਊਕਲੀਅਸ ਹੁੰਦਾ ਤੇ ਉਹਦੇ ਸਰਾਊਂਡਡ ਇਲੈਕਟ੍ਰੋਨਸ ਜੋ ਹੈ ਉਹ ਇਸ ਤਰ੍ਹਾਂ ਰਿਵੋਲਵ ਕਰਦੇ ਆ। ਸੋ ਆ ਜੋ ਮੈਂ ਲਾਈਨਸ ਬਣਾ ਰਿਹਾ ਇਹ ਇਲੈਕਟ੍ਰੋਨਸ ਦੇ એનર્ਜੀ ਲੈਵਲਸ ਜਾਂ ਆਪਾਂ ਸਬ ਸ਼ੈਲਸ ਕਹਿ ਲਈਏ, ਸਬ ਸ਼ੈਲਸ ਨੇ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨਸ ਪ੍ਰੈਜ਼ੈਂਟ ਹੁੰਦੇ ਆ। ਤੁਸੀਂ ਐਟੋਮਿਕ ਮਾਡਲ ਦੇਖਿਆ ਇਹ ਨੀਲਸ ਬੋਹਰ ਵਾਲਾ ਜਿਹੜਾ। ਸੋ ਆ ਐਟਮ ਦਾ ਨਿਊਕਲੀਅਸ ਹੈ ਤੇ ਆ ਪਹਿਲਾ ਸ਼ੈਲ, ਦੂਜਾ, ਤੀਜਾ, ਚੌਥਾ। ਪਹਿਲੇ ਸ਼ੈਲ ਨੂੰ ਕੇ ਸ਼ੈਲ ਦਾ ਨਾਮ ਦਿੰਦੇ ਆ, ਐਲ, ਇਹ ਐਮ ਹੋ ਗਿਆ, ਇਹ ਐਨ ਹੋ ਗਿਆ। ਪਹਿਲੇ 'ਚ ਐਨ ਦੀ ਵੈਲਿਊ 1 ਹੁੰਦੀ ਹੈ, ਦੂਜੇ 'ਚ ਐਨ ਦੀ ਵੈਲਿਊ 2 ਹੈ, ਤੀਜੇ 'ਚ ਐਨ ਦੀ ਵੈਲਿਊ 3 ਹੁੰਦੀ ਹੈ, ਨੈਕਸਟ 'ਚ ਐਨ ਦੀ ਵੈਲਿਊ 4 ਹੁੰਦੀ ਹੈ। ਸੋ ਇੱਥੇ ਮੰਨ ਲਓ ਹਾਈਡਰੋਜਨ ਦੀ ਗੱਲ ਕਰੀਏ ਆਪਾਂ, ਹਾਈਡਰੋਜਨ ਦਾ ਐਟੋਮਿਕ ਨੰਬਰ 1 ਹੈ, ਇਲੈਕਟ੍ਰੋਨਿਕ ਕਨਫੀਗਰੇਸ਼ਨ 1s1, ਮਤਲਬ ਐਸ ਔਰਬਿਟਲ 'ਚ ਸਿਰਫ ਪਹਿਲੇ 'ਚ ਇੱਕ ਇਲੈਕਟ੍ਰੋਨ। 1 ਮਤਲਬ ਐਨ ਦੀ ਵੈਲਿਊ 1 ਹੈ, ਮਤਲਬ ਪਹਿਲਾ ਜੋ ਹੈ ਸਬ ਸ਼ੈਲ ਉਹਦੇ ਵਿੱਚ। ਸੋ ਆ ਪਹਿਲਾ ਸਬ ਸ਼ੈਲ ਹੈ, ਸੋ ਇਹਦਾ ਮਤਲਬ ਇੱਕ ਇਲੈਕਟ੍ਰੋਨ ਇੱਥੇ ਆ ਗਿਆ ਇਹਦਾ। ਸੋ ਜੇ ਹਾਈਡਰੋਜਨ ਦਾ ਐਟੋਮਿਕ ਰੇਡੀਅਸ ਦੇਖਣਾ ਤਾਂ ਇਹਦਾ ਮਤਲਬ ਆ ਨਿਊਕਲੀਅਸ, ਇਹਦੇ ਸੈਂਟਰ ਤੋਂ ਲੈ ਕੇ ਇੱਥੋਂ ਤੱਕ ਜੋ ਦੂਰੀ ਹੈ, ਇੱਥੋਂ ਤੱਕ ਸਿਰਫ, ਸੋ ਉਹ ਜੋ ਹੈ ਉਹ ਹਾਈਡਰੋਜਨ ਦਾ ਐਟੋਮਿਕ ਰੇਡੀਅਸ ਹੋ ਜਾਂਦਾ ਹੈ। ਇਸੇ ਤਰ੍ਹਾਂ ਮੰਨ ਲਓ ਆਪਾਂ ਲੀਥੀਅਮ ਦੀ ਗੱਲ ਕਰਦੇ ਹਾਂ, ਲੀਥੀਅਮ ਦਾ ਐਟੋਮਿਕ ਨੰਬਰ 3 ਹੁੰਦਾ। ਸੋ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖ ਲਈਏ 1s2 2s1। ਸੋ 1s2 ਮਤਲਬ ਆ ਪਹਿਲੇ ਸ਼ੈਲ 'ਚ 1s, ਕਿਉਂਕਿ n ਦੀ ਵੈਲਿਊ 1 ਹੈ, 2 ਇਲੈਕਟ੍ਰੋਨ, ਪਹਿਲੇ ਸ਼ੈਲ 'ਚ 2 ਹੀ ਇਲੈਕਟ੍ਰੋਨ ਆਉਂਦੇ ਆ। ਇਹਦੇ ਬਾਰੇ ਵੀ ਦੱਸਿਆ ਸੀ ਤੁਹਾਨੂੰ, ਇਹਦਾ ਫਾਰਮੂਲਾ ਹੁੰਦਾ ਕਿ ਨੰਬਰ ਆਫ ਇਲੈਕਟ੍ਰੋਨ ਕਿੰਨੇ ਆ ਸਕਦੇ ਆ, ਉਹ ਹੁੰਦਾ 2n² ਦੇ ਬਰਾਬਰ। 2n² ਮਤਲਬ n ਦੀ ਵੈਲਿਊ ਜਿਵੇਂ ਜਿਵੇਂ ਵੇਰੀ ਕਰਦੀ ਹੈ ਨੰਬਰ ਆਫ ਇਲੈਕਟ੍ਰੋਨਸ ਉਸ ਤਰ੍ਹਾਂ ਵੇਰੀ ਕਰਦੇ ਆ। ਪਹਿਲੇ 'ਚ n ਦੀ ਵੈਲਿਊ 1 ਹੈ ਤਾਂ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਹੋ ਗਏ, n ਦੀ ਵੈਲਿਊ 1, 1 ਦਾ ਸਕੁਅਰ 1, 2 × 1 2 ਹੋ ਗਏ। ਦੂਜੇ 'ਚ n ਦੀ ਵੈਲਿਊ ਜਿੱਥੇ 2 ਹੈ ਉੱਥੇ 2 ਦਾ ਸਕੁਅਰ ਕਰ ਦਈਏ, 2 ਦੂਣੀ 4, 4 ਦੂਣੀ 8, ਮਤਲਬ ਦੂਜੇ 'ਚ 8 ਇਲੈਕਟ੍ਰੋਨ ਆਉਣਗੇ ਦੂਜੇ ਸਬ ਸ਼ੈਲ 'ਚ। ਤੀਜੇ 'ਚ n ਦੀ ਵੈਲਿਊ 3, 3 ਤੇ 9 ਦੂਣੀ 18 ਆ ਜਾਣਗੇ। ਚੌਥੇ 'ਚ n ਦੀ ਵੈਲਿਊ 4, 4 ਚੌਕੇ 16 ਦੂਣਾ 32 ਇਲੈਕਟ੍ਰੋਨ ਆ ਜਾਣਗੇ। ਇਸ ਤਰ੍ਹਾਂ ਹੁੰਦਾ। ਸੋ ਲੀਥੀਅਮ ਦੀ ਗੱਲ ਕਰੀਏ, ਮਤਲਬ ਪਹਿਲੇ ਸ਼ੈਲ 'ਚ 2 ਇਲੈਕਟ੍ਰੋਨ, ਮਤਲਬ ਪਹਿਲਾ ਸ਼ੈਲ ਕੰਪਲੀਟ ਹੋ ਗਿਆ। 2s1 ਮਤਲਬ ਆ n ਦੀ ਵੈਲਿਊ 2, ਦੂਜਾ ਸਬ ਸ਼ੈਲ ਇੱਥੇ ਆ ਗਿਆ, ਇਹਦਾ ਮਤਲਬ ਦੂਜਾ ਇਲੈਕਟ੍ਰੋਨ ਇੱਥੇ ਕਿਤੇ ਹੋਏਗਾ। ਸੋ ਫਿਰ ਲੀਥੀਅਮ ਦਾ ਜੋ ਐਟੋਮਿਕ ਰੇਡੀਅਸ ਹੈ ਉਹ ਨਿਊਕਲੀਅਸ ਤੋਂ ਲੈ ਕੇ ਇੱਥੋਂ ਤੱਕ, ਮਤਲਬ ਆ ਜੋ ਹੈ ਦੂਰੀ, ਇਹ ਲੀਥੀਅਮ ਦਾ ਐਟੋਮਿਕ ਰੇਡੀਅਸ ਹੋ ਜਾਂਦਾ ਹੈ। ਸੋ ਇਹਨੂੰ ਐਟੋਮਿਕ ਰੇਡੀਅਸ ਦਾ ਨਾਮ ਦਿੱਤਾ ਜਾਂਦਾ ਹੈ ਦ ਡਿਸਟੈਂਸ ਫਰੋਮ ਦ ਸੈਂਟਰ ਆਫ ਦ ਨਿਊਕਲੀਅਸ, ਨਿਊਕਲੀਅਸ ਦੇ ਸੈਂਟਰ ਤੋਂ ਲੈ ਕੇ ਟੂ ਦ ਆਊਟਰਮੋਸਟ ਸ਼ੈਲ ਆਫ ਐਨ ਐਟਮ। ਆਊਟਰਮੋਸਟ ਸ਼ੈਲ ਮਤਲਬ ਜਿੱਥੇ ਕਿਸੇ ਐਟਮ ਦਾ ਲਾਸਟ ਇਲੈਕਟ੍ਰੋਨ ਆਉਂਦਾ ਉਹਨੂੰ ਆਊਟਰਮੋਸਟ ਸ਼ੈਲ ਕਹਿੰਦੇ ਆ। ਉੱਥੋਂ ਤੱਕ ਦੀ ਜਿਹੜੀ ਦੂਰੀ ਹੈ ਉਹਨੂੰ ਐਟੋਮਿਕ ਰੇਡੀਅਸ ਦਾ ਨਾਮ ਦਿੱਤਾ ਜਾਂਦਾ ਹੈ।
तो नैक्सट हुण इस अटोमिक रेडियस की आपां वेरीएशन भी पढ़नी है, जिहड़ी कि बहुत इंपॉर्टेंट है, जो सानू अगे पेपरां दे विच भी टॉपिक आंदा है कि जो डिफरेंट प्रॉपर्टीज़ ने इन्हां दी वेरीएशन किवें देखी जाती है। सो इहदे लई एक लाइन होर लिखी हुई है, द अटोमिक रेडियस वेरीज इन द पीरियोडिक टेबल इन 2 वेज। अटोमिक रेडियस पीरियोडिक टेबल दे विच 2 तरीकों के नाल वेरी करता है, वेरीएशन अलॉन्ग द पीरीयड ते दूजी है वेरीएशन अलॉन्ग द वेरीएशन डाउन द ग्रुप। पहला आप डिस्कस करांगे वेरीएशन अलॉन्ग द पीरीयड। ये जो है लाइनस लिखिया हुई ये समझण दे लई पहला एक इत्थे तुहानूं मैं फिनोमिना दसदा कि अलॉन्ग द पीरीयड अटोमिक रेडियस की वेरीएशन किवें हुंदी है। मान लो आपां आह सैकेंड पीरीयड है उहदे एलीमेंट्स लिख लैने हैं, लीथियम हो गया, बेरीलियम हो गया, नैक्सट फिर बोरोन है, कार्बन है, नाइट्रोजन है, ऑक्सीजन, फ्लोरीन। लीथियम का अटोमिक नंबर 3, 4, 5 हो गया, 6, 7, 8, 9। तो हुण आही जो डायग्राम बनाई हुई है ये ही आप देख लें। आ पहला शैल है, लीथियम के केस च पहला शैल तो कंप्लीट है क्योंकि 2 इलैक्ट्रॉन ये आ जाने हैं, इत्थे है तो 2 इलैक्ट्रॉन 1s2 तो नैक्सट इलैक्ट्रॉन 2s1 मतलब 1 इलैक्ट्रॉन इत्थे आ गया। बेरीलियम च 1 इलैक्ट्रॉन होर हो जाना है क्योंकि बेरीलियम दे विच हुंदा एटॉमिक नंबर 4 है, इलैक्ट्रॉनिक कन्फिगरेशन होगी 1s2 2s2 मतलब इस शैल च 1 इलैक्ट्रॉन होर आ गया। तो बोरोन च इसे शैल च 1 इलैक्ट्रॉन होर क्योंकि 2s3 हो जाना बोरोन का। कार्बन का 2s4 हो जाना है, नाइट्रोजन सॉरी गलत हो गया, सॉरी 2s3 नहीं, बेरीलियम तो बाद बोरोन के केस च अटोमिक नंबर 5 है। सो इत्थे हो जाना 1s2 2s2 2p1। सो इत्थे 3 इलैक्ट्रॉन हो गए 2sh2 2p च 1 इलैक्ट्रॉन मतलब 3 इलैक्ट्रॉन इत्थे आ गए। कार्बन के केस च अटोमिक नंबर 6 है, बाकी इसी तरह इत्थे आ जाऊगा 2p2। तो नाइट्रोजन का अटोमिक नंबर 7 है, इत्थे आ जाएगा 2p3। ऑक्सीजन च 2p4, फ्लोरीन च 2p5 आ जाना मतलब इलैक्ट्रॉन इत्थे 2sh2 2p च 1 मतलब 3 इलैक्ट्रॉन हो गए, 4 आ गए, 5 आ गए, 6 आ गए, 7 इलैक्ट्रॉन क्योंकि लास्ट तक 2p5 हो गया तो 2s2 2 इलैक्ट्रॉन तो फ्लोरीन के केस च तो 2p5 च 5 इलैक्ट्रॉन, ये 5 ते 2 मतलब 7 इलैक्ट्रॉन जोड़े है वो फ्लोरीन तक इस सब शैल के आ सकते हैं। वैसे तो नियोन के केस 1 इलैक्ट्रॉन होर क्योंकि 8 आ सकते ये दूजे शैल च तुहानूं मैं दस्सिया। सो चलो आप इत्थे तक डिस्कस कर लेंगे कि 7 इलैक्ट्रॉन आ गए। तो एक चीज़ होर इत्थे माइंड च रखण वाली है कि जिन्ना किसी एलीमेंट का अटोमिक नंबर हुंदा है उन्ने ही उस एलीमेंट के कोल प्रोटोन हुंदे है तो उन्ने ही उस एलीमेंट के कोल इलैक्ट्रॉन्स होंगे। इन्हां दे बारे दस्सिया सी मैं तुहानूं। हुण जे आपां इन्हां दे विच इलैक्ट्रॉन फिल कर रहे हैं, लीथियम के केस च 3 इलैक्ट्रॉन है, इत्थे तक आ गए 3 इलैक्ट्रॉन तो मतलब प्रोटोन भी इत्थे न्यूक्लियस दे विच 3 हो जाते हैं। बेरीलियम की गल करिए 4 इलैक्ट्रॉन, प्रोटोन भी 4 हो गए। बोरोन की गल करिए इलैक्ट्रॉन 5, प्रोटोन भी 5 मतलब सेंटर दे विच न्यूक्लियस दे विच नंबर ऑफ प्रोटोन भी वधदे जा रहे हैं। मतलब जिमें जिमें अटोमिक नंबर वधदा जा रहा उवें उवें न्यूक्लियस दे विच नंबर ऑफ प्रोटोन भी वधदे जा रहे हैं। और प्रोटोन्स जिहड़े आ वो पॉजिटिवली चार्ज पार्टिकल्स होंदे आ और ये जिहड़े पॉजिटिवली चार्ज पार्टिकल्स है इन्हां इलैक्ट्रॉन्स दे लई अट्रैक्शन जो है वो ज़्यादा होंदी है क्योंकि सानूं पता है कि जिहड़े अपोजिट चार्जिज ने वो एक दूजे नूं अट्रैक्ट करते हैं। मतलब जिमें जिमें पॉजिटिव चार्ज न्यूक्लियस दे विच वधदा रहेगा उवें उवें ही ये इलैक्ट्रॉन्स जिहड़े है इन्हां दे लई अट्रैक्शन भी जो है न्यूक्लियस की वो वधदी जाती है। हुण जे अट्रैक्शन वध गई, मान लो पहलां लीथियम की गल करिए 3 प्रोटोन इत्थे है, तीजा इलैक्ट्रॉन इत्थे आ गया तो अट्रैक्शन जिहड़ी है घट हो गई। हुण बेरीलियम की गल करिए 4 प्रोटोन 4 इलैक्ट्रॉन मतलब प्रोटोन वध गए मतलब इलैक्ट्रॉन के लिए अट्रैक्शन वध गई मतलब आ इलैक्ट्रॉन इत्थे नहीं होएगा, ये थोड़ा जिहा नेड़े आ जाना, इन्हें न्यूक्लियस के नेड़े वल नूं आएगा। 5 प्रोटोन हो गए बोरोन के केस च तो इलैक्ट्रॉन भी 5 मतलब आ जिहड़ा इलैक्ट्रॉन है इन्हें थोड़ा जिहा होर नेड़े आ जाना। कार्बन की गल करिए हुण कार्बन के केस च 6 प्रोटोन है इत्थे तो जिहड़ा 6वां इलैक्ट्रॉन है उन्हें फिर होर थोड़ा जिहा नेड़े आ जाना क्योंकि 6 प्रोटोन मतलब पॉजिटिव चार्ज होर वध गया, पॉजिटिव चार्ज वध गया तो मतलब इलैक्ट्रॉन्स होर थोड़े जिहे नेड़े हो जाएंगे। नाइट्रोजन के केस च 7 प्रोटोन इत्थे हो जाएंगे न्यूक्लियस च मतलब इलैक्ट्रॉन 7वां जिहड़ा उन्हें होर थोड़ा जिहा नेड़े हो जाना। ऑक्सीजन के केस च 8 प्रोटोन हो गए इत्थे न्यूक्लियस च तो मतलब 8वें इलैक्ट्रॉन ने होर थोड़ा जिहा नेड़े हो जाना।
ਤੇ ਫਲੋਰੀਨ ਦੇ ਕੇਸ 'ਚ 9 ਇਲੈਕਟ੍ਰੋਨ 9 ਪ੍ਰੋਟੋਨ ਹੋ ਗਏ ਤੇ 9ਵੇਂ ਇਲੈਕਟ੍ਰੋਨ ਨੇ ਹੋਰ ਥੋੜ੍ਹਾ ਜਿਹਾ ਨੇੜੇ ਹੋ ਜਾਣਾ। ਮਤਲਬ ਜਿਵੇਂ ਜਿਵੇਂ ਅਟੋਮਿਕ ਨੰਬਰ ਵੱਧ ਰਿਹਾ, ਲੈਫਟ ਟੂ ਰਾਈਟ ਨੰਬਰ ਆਫ ਪ੍ਰੋਟੋਨ ਵੱਧ ਰਹੇ ਹੈ, ਨਿਊਕਲੀਅਰ ਚਾਰਜ ਵੱਧ ਰਿਹਾ, ਉਹਨਾਂ ਦੇ ਨਾਲ ਪੋਜ਼ਿਟਿਵ ਚਾਰਜ ਵੱਧ ਰਿਹਾ, ਤੇ ਪੋਜ਼ਿਟਿਵ ਚਾਰਜ ਵਧਣ ਦੇ ਨਾਲ ਇਲੈਕਟ੍ਰੋਨਸ ਦੇ ਲਈ ਅਟਰੈਕਸ਼ਨ ਅੱਗੇ ਤੋਂ ਅੱਗੇ ਵੱਧਦੀ ਜਾ ਰਹੀ ਹੈ। ਹੁਣ ਜੇ ਇਲੈਕਟ੍ਰੋਨਸ ਦੀ ਲਈ ਅਟਰੈਕਸ਼ਨ ਵੱਧਦੀ ਜਾ ਰਹੀ ਹੈ, ਮਤਲਬ ਇਲੈਕਟ੍ਰੋਨ ਹੌਲੀ ਹੌਲੀ ਨਿਊਕਲੀਅਸ ਦੇ ਨੇੜੇ ਆ ਜਾਣਗੇ। ਜੇ ਹੌਲੀ ਹੌਲੀ ਨਿਊਕਲੀਅਸ ਦੇ ਨੇੜੇ ਆਣਗੇ ਤਾਂ ਫਿਰ ਅਟੋਮਿਕ ਰੇਡੀਅਸ, ਹੁਣ ਲੀਥੀਅਮ ਦੇ ਕੇਸ 'ਚ ਤਾਂ ਅਟੋਮਿਕ ਰੇਡੀਅਸ ਇੱਥੇ ਤੋਂ ਲੈ ਕੇ ਇੱਥੇ ਤੱਕ ਸੀ, ਪਰ ਜਿਹੜਾ 9ਵਾਂ ਇਲੈਕਟ੍ਰੋਨ ਆ ਗਿਆ ਇਹ ਤਾਂ ਅਟਰੈਕਸ਼ਨ ਵਧਦਿਆਂ ਹੌਲੀ ਹੌਲੀ ਇਲੈਕਟ੍ਰੋਨ ਇੱਥੇ ਆ ਜਾਊਗਾ। ਸੋ ਫਿਰ ਇੱਥੇ ਜੋ ਹੈ ਅਟੋਮਿਕ ਰੇਡੀਅਸ ਪਹਿਲਾਂ ਦੇ ਨਾਲੋਂ ਹੁਣ ਸ਼ਾਰਟ ਹੋ ਗਿਆ, ਘਟ ਗਿਆ। ਮਤਲਬ ਜਿਵੇਂ ਜਿਵੇਂ ਨੰਬਰ ਆਫ ਇਲੈਕਟ੍ਰੋਨ ਵੱਧਦੇ ਹੈ, ਲੈਫਟ ਟੂ ਰਾਈਟ ਅਟੋਮਿਕ ਨੰਬਰ ਵੱਧਦਾ ਹੈ, ਨੰਬਰ ਆਫ ਪ੍ਰੋਟੋਨ ਵੱਧਦੇ ਹੈ, ਨੰਬਰ ਆਫ ਪ੍ਰੋਟੋਨ ਦੇ ਵਧਣ ਦੇ ਨਾਲ ਇਲੈਕਟ੍ਰੋਨਸ ਦੇ ਲਈ ਅਟਰੈਕਸ਼ਨ ਵੱਧਦੀ ਹੈ, ਤੇ ਅਟਰੈਕਸ਼ਨ ਵਧਣ ਦੇ ਨਾਲ ਇਲੈਕਟ੍ਰੋਨਸ ਹੌਲੀ ਹੌਲੀ ਨਿਊਕਲੀਅਸ ਦੇ ਨੇੜੇ ਚਲੇ ਜਾਂਦੇ ਹੈ, ਤੇ ਨੇੜੇ ਜਾਣ ਦੇ ਨਾਲ ਫਿਰ ਅਟੋਮਿਕ ਰੇਡੀਅਸ ਘਟਦਾ ਜਾਂਦਾ ਹੈ। ਸੋ ਮਤਲਬ ਵੇਰੀਏਸ਼ਨ ਅਲੋਂਗ ਦਾ ਪੀਰੀਅਡ ਜੋ ਹੈ ਉਹਦੇ ਵਿੱਚ ਇਹੀ ਚੀਜ਼ ਹੈ ਕਿ ਜਿਵੇਂ ਜਿਵੇਂ ਲੈਫਟ ਟੂ ਰਾਈਟ ਜਾਂਦੇ ਹਾਂ ਆਪਾਂ ਅਲੋਂਗ ਦਾ ਪੀਰੀਅਡ, ਜਿਵੇਂ ਜਿਵੇਂ ਆਪਾਂ ਮੂਵ ਕਰਦੇ ਹਾਂ ਉਵੇਂ ਉਵੇਂ ਸਾਡੇ ਕੋਲ ਅੱਗੇ ਤੋਂ ਅੱਗੇ ਜਿਹੜਾ ਅਟੋਮਿਕ ਰੇਡੀਅਸ ਹੈ ਉਹ ਘਟਦਾ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਸ਼ਾਇਦ ਤੁਹਾਨੂੰ ਇਹ ਜੋ ਡਾਇਗਰਾਮੈਟਿਕਲੀ ਮੈਂ ਇੱਥੇ ਸਮਝਾਇਆ ਸਮਝ ਲੱਗ ਗਿਆ ਹੋਵੇਗਾ। ਜੇ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਹੈ, ਨਹੀਂ ਸਮਝ ਲੱਗਦਾ, ਯੂ ਕੈਨ ਆਸਕ ਐਨੀ ਟਾਈਮ, ਕੋਈ ਪ੍ਰੋਬਲਮ ਨਹੀਂ ਹੈ ਇਹਦੇ 'ਚ। ਤੇ ਹੁਣ ਇਸੇ 'ਤੇ ਬੇਸਡ ਫਿਰ ਆਪਾਂ ਇਹ ਦੇਖੀਏ ਇਹਦੇ ਵਿੱਚ ਵੇਰੀਏਸ਼ਨ ਅਲੋਂਗ ਦਾ ਪੀਰੀਅਡ 'ਚ, ਐਜ਼ ਵੀ ਮੂਵ ਅਲੋਂਗ ਦਾ ਪੀਰੀਅਡ ਦਾ ਅਟੋਮਿਕ ਰੇਡੀਅਸ ਡਿਕਰੀਜ਼ਸ। ਉਹੀ ਗੱਲ ਆ ਗਈ ਕਿ ਜਿਵੇਂ ਆਪਾਂ ਅਲੋਂਗ ਦਾ ਪੀਰੀਅਡ ਜਾਂਦੇ ਹਾਂ ਅਟੋਮਿਕ ਰੇਡੀਅਸ ਘਟਦਾ ਜਾਂਦਾ ਹੈ। ਕਿਉਂ? ਬਿਕੋਜ਼ ਔਨ ਮੂਵਿੰਗ ਅਲੋਂਗ ਦਾ ਪੀਰੀਅਡ, ਕਿਉਂਕਿ ਕਹਿੰਦੇ ਜਦੋਂ ਅਲੋਂਗ ਦਾ ਪੀਰੀਅਡ ਮੂਵ ਕਰਦੇ ਹਾਂ ਵਿਦ ਦ ਇਨਕਰੀਜ਼ ਇਨ ਅਟੋਮਿਕ ਨੰਬਰ ਦ ਨੰਬਰ ਆਫ ਪ੍ਰੋਟੋਨਸ ਇਨਕਰੀਜ਼ਸ। ਕਿਉਂਕਿ ਕਹਿੰਦੇ ਜਦੋਂ ਅਲੋਂਗ ਦਾ ਪੀਰੀਅਡ ਜਾਂਦੇ ਆ ਤਾਂ ਅਟੋਮਿਕ ਨੰਬਰ ਵਧਣ ਦੇ ਨਾਲ ਨੰਬਰ ਆਫ ਪ੍ਰੋਟੋਨਸ ਵੱਧਦੇ ਜਾਂਦੇ ਆ, ਵਿਚ ਇਨਕਰੀਜ਼ਸ ਦਾ ਨਿਊਕਲੀਅਰ ਚਾਰਜ। ਤੇ ਜਿਹੜੇ ਪ੍ਰੋਟੋਨਸ ਹੁੰਦੇ ਆ ਉਹ ਨਿਊਕਲੀਅਰ ਚਾਰਜ ਨੂੰ ਵਧਾ ਦਿੰਦੇ ਆ, ਕਿਉਂਕਿ ਨਿਊਕਲੀਅਸ ਦੇ ਵਿੱਚ ਪੋਜ਼ਿਟਿਵ ਚਾਰਜ ਹੈ, ਉਹਨੂੰ ਨਿਊਕਲੀਅਰ ਚਾਰਜ ਕਹਿੰਦੇ ਆ। ਹੈਂਸ ਦ ਅਟਰੈਕਸ਼ਨ ਫॉर ਦ ਆਊਟਰ ਮੋਸਟ ਇਲੈਕਟ੍ਰੋਨ ਆਲਸੋ ਇਨਕਰੀਜ਼ਸ। ਇਸ ਕਰਕੇ ਕਹਿੰਦੇ ਫਿਰ ਜਿਹੜੇ ਬਾਹਰਲੇ ਸ਼ੈਲ ਦੇ ਇਲੈਕਟ੍ਰੋਨ ਹੈ ਉਹਨਾਂ ਦੇ ਲਈ ਅਟਰੈਕਸ਼ਨ ਵੀ ਵੱਧ ਜਾਂਦੀ ਹੈ। ਜੇ ਅਟਰੈਕਸ਼ਨ ਵੱਧ ਜਾਂਦੀ ਹੈ ਦੈਨ ਦੇ ਕਮ ਕਲੋਜ਼ਰ ਟੂ ਦਾ ਨਿਊਕਲੀਅਸ, ਫਿਰ ਜਿਹੜੇ ਇਲੈਕਟ੍ਰੋਨਸ ਨੇ ਉਹ ਨਿਊਕਲੀਅਸ ਦੇ ਨੇੜੇ ਆ ਜਾਂਦੇ ਆ। ਸੋ ਜੇ ਨੇੜੇ ਆ ਜਾਂਦੇ ਆ ਸੋ ਦਾ ਸਾਈਜ਼ ਆਫ ਐਟਮ ਬਿਕਮਸ ਸਮਾਲ, ਇਸ ਕਰਕੇ ਐਟਮ ਦਾ ਸਾਈਜ਼ ਛੋਟਾ ਹੋ ਜਾਂਦਾ ਹੈ। ਸੋ ਇਸ ਕਰਕੇ ਅਲੋਂਗ ਦਾ ਪੀਰੀਅਡ ਅਟੋਮਿਕ ਰੇਡੀਅਸ ਡਿਕਰੀਜ਼ ਕਰਦਾ ਹੈ। ਤੇ ਦੂਜੀ ਵੇਰੀਏਸ਼ਨ ਆਪਾਂ ਪੜ੍ਹਨੀ ਹੈ ਵੇਰੀਏਸ਼ਨ ਡਾਊਨ ਦਾ ਗਰੁੱਪ। ਤੇ ਵੇਰੀਏਸ਼ਨ ਡਾਊਨ ਦਾ ਗਰੁੱਪ ਪੜ੍ਹਨ ਦੇ ਲਈ ਵੀ ਤੁਹਾਨੂੰ ਇੱਥੇ ਐਲੀਮੈਂਟਸ ਆਪਾਂ ਕੋਈ ਲੈ ਲੈਂਦੇ ਹਾਂ। ਮੰਨ ਲਓ ਆਪਾਂ ਆ ਲਾਸਟ ਵਾਲਾ ਹੀ ਆਪਾਂ ਲੈ ਲੈਂਦੇ ਹਾਂ, 17th ਗਰੁੱਪ ਲੈ ਲੈਂਦੇ ਹਾਂ, ਫਲੋਰੀਨ, ਕਲੋਰੀਨ, ਬਰੋਮੀਨ, ਆਇਓਡੀਨ ਤੇ ਐਸਟੇਟਾਈਨ। ਫਲੋਰੀਨ ਦਾ ਐਟੋਮਿਕ ਨੰਬਰ 9, ਕਲੋਰੀਨ ਦਾ 17 ਹੁੰਦਾ, ਇਹਦਾ 35, ਆਇਓਡੀਨ ਦਾ 53 ਤੇ ਇਹਦਾ ਹੁੰਦਾ ਐਸਟੇਟਾਈਨ ਦਾ 85। ਹੁਣ ਜੇ ਆਪਾਂ ਡਾਊਨ ਦਾ ਗਰੁੱਪ ਗੱਲ ਕਰੀਏ, ਫਲੋਰੀਨ ਦੇ ਕੇਸ 'ਚ 9 ਇਲੈਕਟ੍ਰੋਨ ਹੈ, ਮਤਲਬ ਆ ਪਹਿਲੇ ਸ਼ੈਲ 'ਚ 2 ਇਲੈਕਟ੍ਰੋਨ, ਆ ਸੈਕਿੰਡ 'ਚ ਆਣਗੇ ਅੱਗੇ ਜਾ ਕੇ 7 ਇਲੈਕਟ੍ਰੋਨ ਹੋਰ। ਤੁਹਾਨੂੰ ਦੱਸਿਆ ਸੀ ਫਲੋਰੀਨ ਤੱਕ ਇੱਥੇ ਤੱਕ ਇਲੈਕਟ੍ਰੋਨ ਆ ਗਏ। ਬਟ ਜੇ ਕਲੋਰੀਨ ਦੀ ਗੱਲ ਕਰੀਏ ਤਾਂ ਕਲੋਰੀਨ ਦੇ ਕੇਸ 'ਚ 17 ਇਲੈਕਟ੍ਰੋਨ ਹੈ। ਹੁਣ 17 ਦੇ ਲਈ ਪਹਿਲੇ ਸ਼ੈਲ 'ਚ 2, ਅਗਲੇ ਸ਼ੈਲ 'ਚ 8, 2 ਤੇ 8 10 ਹੋ ਗਏ, ਮਤਲਬ 7 ਇਲੈਕਟ੍ਰੋਨ ਹੋਰ ਰਹਿ ਗਏ। ਉਹਨਾਂ 7 ਇਲੈਕਟ੍ਰੋਨਸ ਨੇ ਨੈਕਸਟ ਸ਼ੈਲ ਦੇ ਵਿੱਚ ਜਾ ਕੇ ਫਿਲ ਹੋਣਾ। ਮਤਲਬ ਜਿਵੇਂ ਜਿਵੇਂ ਤੁਸੀਂ ਦੇਖੋ ਫਲੋਰੀਨ ਤੋਂ ਬਾਅਦ ਕਲੋਰੀਨ 'ਚ ਆਏ ਤਾਂ ਸ਼ੈਲ ਚੇਂਜ ਹੋ ਗਿਆ, ਸ਼ੈਲ ਵੱਧ ਗਿਆ। ਤੇ ਬਰੋਮੀਨ 'ਚ ਜਾਵਾਂਗੇ 35 ਇਲੈਕਟ੍ਰੋਨ ਦੇ ਲਈ, ਫਿਰ ਆ ਚੌਥੇ ਸ਼ੈਲ 'ਚ ਜਾਣਾ ਪਏਗਾ। ਤੇ ਆਇਓਡੀਨ ਦੇ ਲਈ ਫਿਰ ਹੋਰ ਨਵਾਂ ਸ਼ੈਲ, ਐਸਟੇਟਾਈਨ ਦੇ ਲਈ ਫਿਰ ਹੋਰ, ਇਸ ਤਰ੍ਹਾਂ। ਮਤਲਬ ਜਿਵੇਂ ਜਿਵੇਂ ਡਾਊਨ ਦਾ ਗਰੁੱਪ ਆਪਾਂ ਜਾ ਰਹੇ ਹਾਂ ਤੁਸੀਂ ਦੇਖ ਰਹੇ ਹਾਂ ਕਿ ਨੰਬਰ ਆਫ ਸਬ ਸ਼ੈਲਸ ਇਨਕਰੀਜ਼ ਹੁੰਦੇ ਜਾ ਰਹੇ ਹੈ। ਹੁਣ ਨੰਬਰ ਆਫ ਸਬ ਸ਼ੈਲ ਇਨਕਰੀਜ਼ ਹੋ ਗਏ ਤਾਂ ਆਟੋਮੈਟਿਕਲੀ ਇੱਕ ਤਾਂ ਚੀਜ਼ ਇੱਥੋਂ ਇਹੀ ਪਤਾ ਚੱਲ ਗਈ। ਹੁਣ ਕਿੱਥੇ ਫਲੋਰੀਨ ਦੇ ਕੇਸ 'ਚ ਇੱਥੋਂ ਤੱਕ ਅਟੋਮਿਕ ਰੇਡੀਅਸ, ਕਲੋਰੀਨ ਦੇ ਕੇਸ 'ਚ ਇੱਥੋਂ ਤੱਕ ਆ ਗਿਆ, ਬਰੋਮੀਨ ਦੇ ਕੇਸ 'ਚ ਇੱਥੋਂ ਆ ਗਿਆ। ਆਪਾਂ ਦੇਖ ਰਹੇ ਹਾਂ ਕਿ ਆਟੋਮੈਟਿਕਲੀ ਹੌਲੀ ਹੌਲੀ ਸਾਈਜ਼ ਜੋ ਹੈ ਐਟਮ ਦਾ ਵੱਧਦਾ ਜਾ ਰਿਹਾ, ਮਤਲਬ ਅਟੋਮਿਕ ਰੇਡੀਅਸ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ। ਸੋ ਇੱਕ ਤਾਂ ਇੱਥੋਂ ਕਲੀਅਰ ਹੋ ਗਿਆ ਕਿ ਡਾਊਨ ਦਾ ਗਰੁੱਪ ਜਦੋਂ ਆਪਾਂ ਜਾਂਦੇ ਹਾਂ ਤਾਂ ਅਟੋਮਿਕ ਰੇਡੀਅਸ ਇਨਕਰੀਜ਼ ਹੁੰਦਾ ਜਾਂਦਾ ਹੈ, ਕਿਉਂਕਿ ਨੰਬਰ ਆਫ ਸਬ ਸ਼ੈਲਸ ਵੱਧਦੇ ਜਾਂਦੇ ਆ। ਦੂਜੀ ਗੱਲ ਹੋਰ, ਨੰਬਰ ਆਫ ਸਬ ਸ਼ੈਲ ਵੀ ਵੱਧਦੇ ਹੈ ਤੇ ਨਾਲ ਦੀ ਨਾਲ ਤੁਸੀਂ ਦੇਖੋ ਕਿ ਆ ਸੈਂਟਰ ਦੇ ਵਿੱਚ ਨਿਊਕਲੀਅਸ ਹੈ ਪੋਜ਼ਿਟਿਵ ਚਾਰਜ। ਹੁਣ ਪਹਿਲੇ ਸ਼ੈਲ 'ਚ 2 ਇਲੈਕਟ੍ਰੋਨ, ਅਗਲੇ ਸ਼ੈਲ 'ਚ 8 ਇਲੈਕਟ੍ਰੋਨ, ਅਗਲੇ 'ਚ ਫਿਰ 18 ਆ ਜਾਣੇ, ਫਿਰ ਅਗਲੇ 'ਚ 32 ਆ ਜਾਣੇ। ਮਤਲਬ ਤੁਸੀਂ ਦੇਖੋ ਕਿ ਨਿਊਕਲੀਅਸ ਦੇ ਸਰਾਊਂਡਡ ਇਲੈਕਟ੍ਰੋਨਸ ਇੱਕ ਘੇਰਾ ਪਾਉਂਦੇ ਜਾ ਰਹੇ ਹੈ।
कि पहला दोनों ने इनू घेर लिया, फिर 8 आ गए आले दुआले, उन्होंने भी इनू घेर लिया, फिर 18 आ गए, फिर अगे 32 आ गए। मतलब अगे तो अगे जिमें जिमें जा रहे हैं तो उवें उवें जिहड़ा न्यूक्लीयस है इहदी अट्रैक्शन जो है अगे तो अगे इलैक्ट्रॉन्स के लिए घटती ही जा रही है, क्योंकि पहला 2 के लिए सिर्फ अट्रैक्शन है, फिर 8 के लिए अट्रैक्शन होगी, फिर 18 के लिए। हुण जिन्ना जिन्ना न्यूक्लीयस तो दूर जाई जाना है इलैक्ट्रॉन्स वधदे जा रहे हैं, अट्रैक्शन अगे तो अगे घटती जा रही है। सो अट्रैक्शन जिन्नी अगे तो अगे घटेगी उन्ने उन्ने इलैक्ट्रॉन्स जिहड़े है वो न्यूक्लीयस तो दूर जाते चले जाएंगे। सो दूर जाते चले जाएंगे तो फिर भी साइज़ जो है एटम का वो वड्डा ही होंदा जाता है। सो ये आप इत्थे डिस्कस करांगे वेरीएशन डाउन द ग्रुप। On moving down the group, the atomic radius increases because as we move down the group, the number of electrons and the number of subshells increases around the nucleus। कहते जो डाउन द ग्रुप जाने तो अटोमिक रेडियस वधदा जाता है। क्यों? क्योंकि कहते जो डाउन द ग्रुप जाने तो नंबर ऑफ इलैक्ट्रॉन भी वधदे जाते हैं तो नंबर ऑफ सबशैल भी वधदे जाते हैं न्यूक्लीयस के आले दुआले, विच शील्ड द न्यूक्लीयर चार्ज। ਜਿਹੜੇ न्यूक्लीयर चार्ज ਨੂੰ शील्ड कर ਦਿੰਦੇ ਆ, मतलब रोक ਦਿੰਦੇ ਆ ਕਿ ਅੱਗੇ ਹੋਰ ਅੱਗੇ ਤੋਂ ਅੱਗੇ ਇਲੈਕਟ੍ਰੋਨਸ ਦੇ ਲਈ ਨਾ ਜਾ ਪਾਵੇ, ਘਟਦਾ ਜਾਂਦਾ ਅੱਗੇ ਤੋਂ ਅੱਗੇ न्यूक्लीयर चार्ज। हैंस द अट्रैक्शन फॉर द आउटरमोस्ट इलैक्ट्रॉन्स बिकम लैस, ਜਿਹਦੇ ਕਰਕੇ ਅੱਗੇ ਤੋਂ ਅੱਗੇ ਜਿਹੜੇ ਇਲੈਕਟ੍ਰੋਨਸ ਨੇ ਆਊਟਰਮੋਸਟ ਸ਼ੈਲ ਦੇ ਉਹਨਾਂ ਦੇ ਪ੍ਰਤੀ ਅਟਰੈਕਸ਼ਨ ਘਟਦੀ ਜਾਂਦੀ ਹੈ। ਸੋ ਦ ਸਾਈਜ਼ ਆਫ ਦ ਐਟਮ ਇਨਕਰੀਜ਼ਸ, ਜਿਹਦੇ ਕਰਕੇ ਇਲੈਕਟ੍ਰੋਨ ਨੇ ਜਿੰਨਾ ਦੂਰ ਹੋ ਜਾਣਾ ਹੈ ਉਨਾ ਨਿਊਕਲੀਅਸ ਤੋਂ ਉਹਦੀ ਦੂਰੀ ਵੱਧਦੀ ਜਾਣੀ ਹੈ ਤੇ ਐਟਮ ਦਾ ਸਾਈਜ਼ ਵੱਡਾ ਹੁੰਦਾ ਜਾਣਾ ਹੈ। ਸੋ ਇਹ ਹੈ ਸਾਡੇ ਕੋਲ ਅਟੋਮਿਕ ਰੇਡੀਅਸ। ਤੇ ਅੱਜ ਦੇ ਲਈ ਤੁਹਾਡਾ ਇੰਨੇ ਟੌਪਿਕ ਸਹੀ। ਇਹ ਨੈਕਸਟ ਟੌਪਿਕ ਤੁਹਾਡਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।